ਡੀਡੀ ਪੰਜਾਬੀ ਦੇ ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ ਵਿੱਚ ਨਿੱਘਾ ਸਵਾਗਤ। ਮੈਂ ਹਾਂ ਮਨਪ੍ਰੀਤ ਕੌਰ ਜਵੰਦਾ। ਵੱਖ-ਵੱਖ ਮਾਧਿਅਮਾਂ ਦੇ ਰਾਹੀਂ ਸਾਡੇ ਕੋਲ ਵੱਖ-ਵੱਖ ਤਰ੍ਹਾਂ ਦੀਆਂ ਖਬਰਾਂ ਪਹੁੰਚਦੀਆਂ ਨੇ। ਤੱਥਾਂ ਤੇ ਆਧਾਰਿਤ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਨੇ। ਜਦੋਂ ਅਸੀਂ ਸਵੇਰੇ ਉੱਠਦੇ ਹਾਂ, ਚਾਹ ਦੀਆਂ ਚੁਸਕੀਆਂ ਦੇ ਨਾਲ ਅਖਬਾਰ ਪੜ੍ਹਦੇ ਹਾਂ ਤਾਂ ਕਈ ਵਾਰੀ ਕਈ ਖਬਰਾਂ ਤੇ ਮਨ ਦੇ ਵਿੱਚ ਸ਼ੰਕਾ ਹੁੰਦੀ ਏ ਕਿ ਕਿੰਨੀ ਕੁ ਸੱਚਾਈ ਹੈ ਇਹਨਾਂ ਖਬਰਾਂ ਦੇ ਵਿੱਚ। ਉਸ ਸੱਚਾਈ ਨੂੰ ਸਾਡੇ ਸਟੂਡੀਓ ਦੇ ਵਿੱਚ ਆ ਕੇ ਉਜਾਗਰ ਕਰਦੇ ਨੇ ਪੱਤਰਕਾਰੀ ਦੇ ਖੇਤਰ ਵਿੱਚ ਲੰਬਾ ਤਜਰਬਾ ਰੱਖਦੇ ਪੱਤਰਕਾਰ। ਅੱਜ ਵੀ ਅਸੀਂ ਉਚੇਚੇ ਤੌਰ ਤੇ ਸੱਦਾ ਦਿੱਤਾ ਹੈ ਬਲਜੀਤ ਸਿੰਘ ਬਰਾੜ ਹੋਰਾਂ ਨੂੰ, ਜੋ ਕਿ ਸੀਨੀਅਰ ਪੱਤਰਕਾਰ ਨੇ, ਸੰਪਾਦਕ ਪੰਜਾਬ ਟਾਈਮ ਦੇ। ਆਓ ਉਹਨਾਂ ਦੇ ਨਾਲ ਮਿਲਾਉਂਦੇ ਹਾਂ। ਬਹੁਤ-ਬਹੁਤ ਸਵਾਗਤ ਤੁਹਾਡਾ ਸਰ। ਸ਼ੁਕਰੀਆ ਜੀ। ਪਹਿਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਵਿਸ਼ਵ ਮੁਸ਼ਕਲ ਦੇ ਵੱਲ, ਜੋ ਕਿ ਕਰੋਨਾ ਮਹਾਮਾਰੀ ਵਿਸ਼ਵ ਦੇ ਮੁਕਾਬਲੇ ਜੇ ਭਾਰਤ ਦੀ ਗੱਲ ਕਰੀਏ ਤਾਂ ਨਵੇਂ ਮਾਮਲੇ ਇੱਕ ਦਿਨ ਦੇ ਵਿੱਚ 90,000 ਜਾਂ ਇਸ ਤੋਂ ਵੱਧ ਦਰਜ ਹੋ ਰਹੇ ਨੇ। ਕੁੱਲ ਅੰਕੜਾ ਜਿਹੜਾ ਹੈ ਮਰੀਜ਼ਾਂ ਦਾ 50 ਲੱਖ ਨੂੰ ਪਾਰ ਕਰ ਗਿਆ ਹੈ। ਠੀਕ ਦਰ ਜਿਹੜੀ ਹੈ 39.5 ਲੱਖ ਦੇ ਕਰੀਬ ਹੈ। ਇਸੇ ਤਰ੍ਹਾਂ ਹੀ ਜੇਕਰ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਬਰਾੜ ਸਾਹਿਬ ਤਾਂ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰਤੀਕਿਰਿਆ ਦਿੱਤੀ ਸੀ ਸਤੰਬਰ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਕਿ ਜੇਕਰ ਕਰੋਨਾ ਮਾਮਲੇ ਇਦਾਂ ਹੀ ਵੱਧਦੇ ਗਏ ਤਾਂ ਸਤੰਬਰ ਦੇ ਅਖੀਰ ਤੱਕ ਮਾਮਲੇ 1 ਲੱਖ ਦੇ ਕਰੀਬ ਪਹੁੰਚ ਜਾਣਗੇ। ਅਜੇ ਅਸੀਂ ਮਹੀਨੇ ਦੇ ਅੱਧ 'ਚ ਪਹੁੰਚੇ ਹਾਂ ਤਾਂ 2400, 2700, 2500 ਦੇ ਕਰੀਬ ਹਰ ਰੋਜ਼ ਕੇਸ ਆ ਰਹੇ ਨੇ ਤੇ ਕੁੱਲ ਗਿਣਤੀ ਜਿਹੜੀ ਪੀੜਤਾਂ ਦੀ ਉਹ 85,000 ਤੋਂ ਪਾਰ ਚਲੀ ਗਈ ਹੈ। ਬੇਸ਼ੱਕ ਠੀਕ ਅੰਕੜੇ ਜਿਹੜੇ ਨੇ 60,000 ਦੇ ਕਰੀਬ ਨੇ। ਕਿਵੇਂ ਦੇਖਦੇ ਹੋ ਇਸ ਪੂਰੀ ਸਥਿਤੀ? ਦੇਖੋ, ਪਹਿਲੀ ਗੱਲ ਤਾਂ ਇਹ ਵੀ ਜਿਹੜੀ ਕਰੋਨਾ ਨਾਲ ਸੰਬੰਧਿਤ ਸਾਰੇ ਖਬਰਾਂ ਨੇ ਹੁਣ ਉਹ ਅਖਬਾਰਾਂ ਦੇ ਪਹਿਲੇ ਪੰਨੇ ਤੇ ਨਹੀਂ ਆ ਰਹੀਆਂ ਜੀ। ਇਸ ਦਾ ਇੱਕ ਸਿੱਧਾ ਜਿਹਾ ਸੰਕੇਤ ਇਹ ਮਿਲ ਰਿਹਾ ਵੀ ਇਹ ਹੁਣ ਉਹਦੀ ਵੱਡੀ ਕੋਈ ਖਤਰਨਾਕ ਸਥਿਤੀ ਨਹੀਂ ਹੈਗੀ। ਇਹ ਠੀਕ ਹੈ ਵੀ ਕੇਸ ਵੱਧ ਰਹੇ ਨੇ ਕਿਉਂਕਿ ਜਿਹੜੀ ਸੈਂਪਲਿੰਗ ਹੈ ਆਬਾਦੀ ਦੀ ਉਹ ਵੱਡੇ ਪੱਧਰ ਤੇ ਹੋ ਰਹੀ ਹੈਗੀ। ਪਹਿਲਾਂ ਨਹੀਂ ਸਾਡੇ ਪੰਜਾਬ 'ਚ ਵੀ ਕੋਈ 20,000 ਰੋਜ਼ ਸੈਂਪਲਿੰਗ ਹੋ ਰਹੀ ਹੈਗੀ। ਤਾਂ ਪੰਜਾਬ ਦੇ ਜੇ ਅਸੀਂ ਪੂਰੇ ਭਾਰਤ ਵਿੱਚ ਲਾਈਏ, ਭਾਰਤ ਵਿੱਚ ਵੀ ਸਰਕਾਰ ਵੱਲੋਂ ਜਿਹੜੀ ਸੈਂਪਲਿੰਗ ਆ ਉਹ ਜਿਹੜਾ ਦੂਜੇ ਨੰਬਰ 'ਤੇ ਦੇਸ਼ ਆ ਬਰਾਜ਼ੀਲ, ਉਹਦੇ ਨਾਲੋਂ ਵੀ ਕਈ ਗੁਣਾ ਜ਼ਿਆਦਾ ਅਸੀਂ ਸੈਂਪਲਿੰਗ ਕਰ ਰਹੇ ਹਾਂਗੇ। ਇਸ ਕਰਕੇ ਕੇਸਾਂ ਦੀ ਗਿਣਤੀ ਥੋੜ੍ਹੀ ਜਿਹੀ ਜ਼ਿਆਦਾ ਹੈਗੀ। ਪਰ ਉਹਦੇ ਵਿੱਚ ਕੇਸਾਂ ਦੀ ਕੁੱਲ ਗਿਣਤੀ ਵਿੱਚੋਂ ਵੀ ਜਿਹੜੇ ਠੀਕ ਹੋਏ ਮਰੀਜ਼ ਨੇ ਉਹ ਬਹੁਤ ਵੱਡੀ ਗਿਣਤੀ ਹੈ। 70% ਤੋਂ ਵੀ ਜ਼ਿਆਦਾ ਸਾਡਾ ਰੇਟ ਹੈ, ਸਕਸੈਸ ਰੇਟ, ਜਿਹੜੇ ਮਰੀਜ਼ ਠੀਕ ਹੋਏ ਨੇ। ਅਤੇ ਇਹ ਬਹੁਤ ਵੱਡਾ ਅੰਕੜਾ ਹੈ। ਉਹਦੇ ਵਿੱਚੋਂ ਵੀ ਤੁਸੀਂ ਪੰਜਾਬ ਵਿੱਚ ਵੀ ਥੋੜ੍ਹਾ ਜਿਹਾ ਘੱਟ ਹੈਗਾ ਅੰਕੜਾ, ਪਰ 72 ਦੇ ਆਸ-ਪਾਸ ਹੈਗਾ। ਭਾਰਤ ਦੇ ਵਿੱਚ ਜ਼ਿਆਦਾ ਹੈਗਾ ਅਤੇ ਕਈ ਰਾਜਾਂ ਦੇ ਵਿੱਚ ਸਥਿਤੀ ਬਿਲਕੁਲ ਨੋਰਮਲ ਹੋ ਚੁੱਕੀ ਹੈਗੀ ਭਾਰਤ ਦੇ। ਅਤੇ ਸਾਡੇ ਵੀ 5 ਜਿਹੜੇ ਜ਼ਿਲ੍ਹੇ ਨੇ ਉਹਨਾਂ ਵਿੱਚ ਜ਼ਿਆਦਾ ਸਥਿਤੀ ਥੋੜ੍ਹੀ ਜਿਹੀ ਗੰਭੀਰ ਹੈਗੀ। ਪਰ ਹੁਣ ਹੌਲੀ-ਹੌਲੀ ਕਿਉਂਕਿ ਲੋਕਾਂ ਵਿੱਚ ਜਾਗਰੂਕਤਾ ਵੀ ਆ ਰਹੀ ਹੈ, ਸਰਕਾਰ ਵੀ ਕਈ ਤਰ੍ਹਾਂ ਦੇ ਕਦਮ ਚੁੱਕ ਰਹੀ ਹੈਗੀ। ਇਸ ਕਰਕੇ ਸਥਿਤੀ ਮੇਰੇ ਖਿਆਲ ਕੰਟਰੋਲ ਤੋਂ ਬਾਹਰ ਨਹੀਂ ਹੈਗੀ। ਮੁੱਖ ਮੰਤਰੀ ਸਾਹਿਬ ਨੇ ਜਿਹੜੀ ਗੱਲ ਕਹੀ ਸੀ ਉਹ ਇੱਕ ਅਧਿਐਨ ਉੱਪਰ ਆਧਾਰਿਤ ਸੀਗੀ, ਪਰ ਉਹ ਅੰਕੜੇ ਤੋਂ ਵੀ ਹਲੇ ਥੱਲੇ ਅੰਕੜੇ ਨੇ ਸਾਡੇ, ਜਿੰਨੇ ਉਹ ਕਹਿ ਰਹੇ ਸੀ। ਉਹ 15 ਸਤੰਬਰ ਨੂੰ ਕਹਿ ਰਹੇ ਸੀ ਉਹ ਮੌਤਾਂ ਦੀ ਗਿਣਤੀ ਵੀ ਜ਼ਿਆਦਾ ਦੱਸ ਰਹੇ ਸੀਗੇ ਕੁੱਲ ਅੰਕੜੇ ਦੀ ਵੀ। ਉਹ ਇੱਕ ਜਿਹੜਾ ਅਨੁਮਾਨ ਸੀਗਾ ਉਹ ਅਨੁਮਾਨ ਤੋਂ ਘੱਟ ਅੰਕੜੇ ਨੇ, ਘੱਟ ਕੇਸ ਨੇ, ਡੈਥਾਂ ਵੀ ਉਸ ਤੋਂ ਘੱਟ ਨੇ। ਆਉਣ ਵਾਲੇ ਸਮੇਂ 'ਚ ਹੋਰ ਸਥਿਤੀ ਮੇਰੇ ਖਿਆਲ ਬਿਹਤਰ ਹੋਏਗੀ। ਸਰਕਾਰ ਨੂੰ ਚਾਹੀਦਾ ਵੀ ਉਹ ਆਪਣੇ ਪ੍ਰਬੰਧਾਂ ਦੇ ਵਿੱਚ ਜਿਹੜੀਆਂ ਉਣਤਾਈਆਂ ਨੇ, ਖਾਸ ਤੌਰ 'ਤੇ ਜਿਹੜੀਆਂ ਅਧਿਕਾਰੀਆਂ ਦੀਆਂ ਸਰਗਰਮੀਆਂ ਨੇ, ਨੇਤਾਵਾਂ ਦੀਆਂ ਸਰਗਰਮੀਆਂ ਨੇ, ਸਾਡੇ ਲਈ ਉਹ ਚਿੰਤਾਜਨਕ ਨੇ। ਸਾਡੇ ਲਈ ਆਮ ਲੋਕਾਂ ਦੀ ਜਿਹੜੀ ਕੋਈ ਸਰਗਰਮੀ ਚਿੰਤਾਜਨਕ ਨਹੀਂ ਹੈਗੀ। ਉਹਨਾਂ ਦੀ ਜਿਹੜੀਆਂ ਹੁਣ ਸਾਡੇ ਪੰਜਾਬ ਦੇ ਵਿੱਚ ਤੁਸੀਂ ਦੇਖੋ ਲਗਾਤਾਰ ਪਿਛਲੇ 4-5 ਮਹੀਨਿਆਂ ਤੋਂ ਕਈ ਅੰਦੋਲਨ ਚੱਲ ਰਹੇ ਨੇ, ਕਈ ਵੱਡੇ ਮੁਜ਼ਾਹਰੇ ਹੋਰ ਇਸ ਤਰ੍ਹਾਂ ਦੇ ਹੋ ਰਹੇ ਨੇ। ਅਸੀਂ ਉਹ ਚੀਜ਼ਾਂ ਨੂੰ ਕੰਟਰੋਲ ਕਰੀਏ। ਉਹ ਚੀਜ਼ਾਂ ਨੂੰ ਮੁਜ਼ਾਹਰਾ ਕਰਨਾ ਜਾਂ ਵਿਰੋਧ ਕਰਨਾ ਇੱਕ ਆਪਣੀ ਥਾਂ ਹੈ, ਪਰ ਕਿਉਂਕਿ ਮੌਜੂਦਾ ਹਾਲਾਤਾਂ ਦੇ ਵਿੱਚ ਸਾਨੂੰ ਇੱਕ ਦੂਜੇ ਦੀ ਸੁਰੱਖਿਆ ਦਾ, ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈਗਾ। ਇਹ ਜ਼ਰੂਰੀ ਚੀਜ਼ਾਂ ਨੇ। ਬਾਕੀ ਜਿਹੜਾ ਸਰਕਾਰ ਆਪਣੇ ਤੌਰ 'ਤੇ ਜਿਹੜਾ ਇਲਾਜ ਦਾ ਪ੍ਰਬੰਧ ਹੈ ਉਹਦੇ ਵਿੱਚ ਹੋਰ ਬਹੁਤ ਵੱਡੇ ਸੁਧਾਰ ਦੀ ਜ਼ਰੂਰਤ ਹੈਗੀ, ਕਿਉਂਕਿ ਬਹੁਤ ਸਾਰੇ ਮਰੀਜ਼ ਇਸ ਕਰਕੇ ਉਹਨਾਂ ਦੀ ਮੌਤ ਹੋਈ ਹੈ ਵੀ ਉਹਨਾਂ ਨੂੰ ਮੌਕੇ ਸਿਰ ਉਹ ਸਹੂਲਤਾਂ ਨਹੀਂ ਮਿਲੀਆਂ, ਇਲਾਜ ਸਹੂਲਤਾਂ, ਜਾਂ ਜਿਹੜੇ ਬਿਮਾਰ ਹੁੰਦੇ ਨੇ ਉਹਨਾਂ ਨੂੰ ਵੀ ਫੌਰੀ ਤੌਰ 'ਤੇ ਸਹੂਲਤਾਂ ਨਹੀਂ ਮਿਲ ਰਹੀਆਂ। ਦਵਾਈ ਵੀ ਥੋੜ੍ਹੀ ਜਿਹੀ ਕਮੀ ਹੈ। ਹੁਣ ਇੱਕ ਖਬਰ ਆ ਰਹੀ ਹੈ ਕੁਛ ਦਿਨਾਂ ਤੋਂ ਚੱਲ ਰਹੀ ਹੈ, ਬਿਲਕੁਲ ਸਹੀ ਸੱਚਾਈ ਹੈ। ਆਕਸੀਜਨ ਦੀ ਕਮੀ ਵੀ ਸਾਰੇ ਦੇਸ਼ 'ਚ ਪਾਈ ਜਾ ਰਹੀ ਹੈ, ਪੰਜਾਬ ਵਿੱਚ ਵੀ ਖਾਸ ਤੌਰ 'ਤੇ ਪਾਈ ਜਾ ਰਹੀ ਹੈ। ਇਹ ਚੀਜ਼ਾਂ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ, ਕਿਉਂਕਿ ਜੇ ਆਕਸੀਜਨ ਦੀ ਕਮੀ ਹੁੰਦੀ ਹੈ, ਦਵਾਈਆਂ ਦੀ ਕਮੀ ਹੁੰਦੀ ਹੈ, ਫਿਰ ਸਥਿਤੀ ਹੋਰ ਮਾੜੀ ਹੋ ਸਕਦੀ ਹੈ ਜੀ। ਬਿਲਕੁਲ ਇਹਦੇ ਨਾਲ ਹੀ ਜੁੜਦੀ ਖਬਰ ਕਰੋਨਾ ਵੈਕਸੀਨ ਨੂੰ ਲੈ ਕੇ। ਚੀਨ ਦੇ ਵੁਹਾਨ ਸ਼ਹਿਰ ਤੋਂ ਕਰੋਨਾ ਸ਼ੁਰੂ ਹੁੰਦਾ ਹੈ ਤੇ ਵੱਖ-ਵੱਖ ਦੇਸ਼ਾਂ ਦੇ ਕੋਨੇ-ਕੋਨੇ ਤੱਕ ਫੈਲਦਾ ਹੈ। ਹੁਣ ਚੀਨ ਹੀ ਦਾਅਵਾ ਕਰ ਰਿਹਾ ਹੈ ਕਿ ਉਹਨੇ 4 ਜਿਹੜੀਆਂ ਆਪਣੀਆਂ ਵੈਕਸੀਨ ਨੇ ਉਹ ਫਾਈਨਲ ਟਰਾਇਲ ਤੇ ਰੈਡੀ ਕਰ ਲਈਆਂ ਨੇ ਤੇ ਨਵੰਬਰ ਮਹੀਨੇ ਦੇ ਤੱਕ ਜਿਹੜੀ ਦਵਾਈ ਹੈ ਉਹ ਮੁਹੱਈਆ ਹੋ ਜਾਏਗੀ ਆਮ ਜਨਤਾ ਦੇ ਤੱਕ। ਕਿਵੇਂ ਲੈਂਦੇ ਹੋ ਇਸ ਖਬਰ ਨੂੰ? ਦੇਖੋ, ਪਹਿਲੀ ਗੱਲ ਤਾਂ ਦਵਾਈਆਂ ਬਹੁਤ ਸਾਰੀਆਂ ਪਹਿਲਾਂ ਆ ਚੁੱਕੀਆਂ ਨੇ ਮਾਰਕੀਟ ਦੇ ਵਿੱਚ। ਉਹ ਕਿੰਨੀਆਂ ਪ੍ਰਭਾਵੀ ਨੇ ਗੱਲ ਵੱਖਰੀ ਹੈ। ਵੈਕਸੀਨ ਦੀ ਜਿਹੜੀ ਗੱਲ ਹੈਗੀ ਉਹਦੇ ਵਿੱਚ ਥੋੜ੍ਹਾ ਜਿਹਾ ਇਹਤਿਆਤ ਵਰਤਣ ਦੀ ਜ਼ਰੂਰਤ ਹੈ, ਕਿਉਂਕਿ ਕਈ ਉਹਦੇ ਸਾਈਡ ਇਫੈਕਟਸ ਨੇ। ਚੀਨ ਤੋਂ ਇਲਾਵਾ ਭਾਰਤ ਵੀ ਬਹੁਤ ਵੱਡੀ ਭੂਮਿਕਾ ਇਹਦੇ ਵਿੱਚ ਨਿਭਾ ਰਿਹਾ ਹੈਗਾ।
ਰੂਸ ਨੇ ਆਪਣੇ ਤੌਰ ਤੇ 2 ਇਸ ਤਰ੍ਹਾਂ ਦੀਆਂ ਵੈਕਸੀਨ ਤਿਆਰ ਕਰ ਚੁੱਕੇ ਆ, ਪਰ ਹਲੇ ਉਹ ਆਮ ਲੋਕਾਂ ਦੀ ਵਰਤੋਂ ਲਈ ਨਹੀਂ ਹੈਗੀਆਂ, ਸਿਰਫ ਐਮਰਜੈਂਸੀ ਵਰਤੋਂ ਲਈ ਨੇ। ਤੇ ਪਰ ਇਹਦੇ ਚ ਭਾਰਤ ਦੀ ਮੇਰੇ ਖਿਆਲ ਸਭ ਤੋਂ ਵੱਡੀ ਭੂਮਿਕਾ, ਚੀਨ ਨਾਲੋਂ ਵੀ ਵੱਡੀ ਭੂਮਿਕਾ ਭਾਰਤ ਦੀ ਹੈਗੀ। ਮਾਈਕਰੋਸਾਫਟ ਦੇ ਮੁਖੀ ਨੇ ਬਿਲ ਗੇਟਸ, ਉਹਨਾਂ ਨੇ ਅੱਜ ਹੀ ਸਟੇਟਮੈਂਟ ਦਿੱਤੀ, ਅਖਬਾਰਾਂ 'ਚ ਛਪੀ ਹੈ, ਜੇ ਜਿਹੜੀ ਦਵਾਈ ਬਣਾਉਣ ਦੇ ਵਿੱਚ ਮੈਨੂਫੈਕਚਰਿੰਗ ਜਿਹੜਾ ਸਾਰਾ ਸੈਟਅਪ ਆ ਉਹ ਇੰਡੀਆ ਵਿੱਚ ਬਹੁਤ ਵੱਡਾ ਹੈਗਾ, ਹੋਰ ਕਿਸੇ ਦੇਸ਼ ਨਾਲੋਂ, ਚੀਨ ਨਾਲੋਂ ਵੀ ਵੱਡਾ ਹੈਗਾ। ਅਸੀਂ ਉਹਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾ ਸਕਦੇ ਹਾਂ। ਦੂਸਰਾ, ਅਸੀਂ ਜਿਹੜੇ ਗਰੀਬ ਦੇਸ਼ ਨੇ, ਵਿਕਾਸਸ਼ੀਲ ਦੇਸ਼ ਨੇ, ਉਹਨਾਂ ਨੂੰ ਦਵਾਈ ਮੁਹੱਈਆ ਕਰਾਉਣ 'ਚ ਭਾਰਤ ਅਹਿਮ ਭੂਮਿਕਾ ਨਿਭਾ ਸਕਦਾ। ਉਹਨਾਂ ਨੇ ਇਹ ਕਿਹਾ, ਮੇਰੇ ਕੋਲ ਇਹ ਗੱਲ ਬਹੁਤ ਸੱਚ ਦੇ ਨੇੜੇ ਹੈਗੀ, ਭਾਰਤ ਦੀ ਆਪਣੀ ਲੋੜ ਬਹੁਤ ਵੱਡੀ ਹੈਗੀ। ਭਾਰਤ ਦੇ ਵਿੱਚ ਵੀ ਭਾਰਤ 4 ਵੈਕਸੀਨਾਂ 'ਤੇ ਕੰਮ ਕਰ ਰਿਹਾ, ਜਿਹੜੀਆਂ ਮੇਰੇ ਖਿਆਲ ਆਉਣ ਵਾਲੇ 2 ਜਾਂ 3 ਮਹੀਨਿਆਂ ਵਿੱਚ, ਹੋ ਸਕਦਾ 1 ਮਹੀਨੇ 'ਚ ਵੀ ਆ ਜਾਓ ਐਮਰਜੈਂਸੀ ਵਰਤੋਂ ਦੇ ਲਈ, ਉਹ ਆ ਰਹੀਆਂ ਨੇ। ਇਹ ਬਹੁਤੀ ਇਸ ਕਰਕੇ ਚਿੰਤਾ ਵਾਲੀ ਗੱਲ ਨਹੀਂ ਹੈਗੀ ਵੀ ਇਹਦੇ ਵਿੱਚ ਜਿਹੜੇ ਸਾਰੇ ਪੂਰੇ ਦੁਨੀਆ ਦੇ ਵਿਗਿਆਨੀ ਲੱਗੇ ਹੋਏ ਨੇ, ਬਹੁਤ ਵੱਡੀ ਫੰਡਿੰਗ ਹੋ ਚੁੱਕੀ ਹੈ ਇਹਦੇ ਵਿੱਚ। ਅਮਰੀਕਾ ਦੇ ਵਿੱਚ ਵੀ 4 ਵੈਕਸੀਨ ਦੇ ਉੱਪਰ ਕੰਮ ਹੋ ਰਿਹਾ, ਬਹੁਤ ਵੱਡੇ ਪੱਧਰ ਤੇ ਉਹਦੀ ਮੈਨੂਫੈਕਚਰਿੰਗ ਦੀ ਤਿਆਰੀ ਚੱਲ ਰਹੀ ਹੈਗੀ। ਇਸ ਕਰਕੇ ਇਹ ਚਿੰਤਾ ਵਾਲੀ ਗੱਲ ਨਹੀਂ, ਸਿਰਫ ਸਾਨੂੰ ਆਪਣੀ ਸਿਹਤ ਦਾ, ਇੱਕ ਦੂਸਰੇ ਦਾ ਖਿਆਲ ਰੱਖਣਾ ਚਾਹੀਦਾ। ਇਹ ਬਿਮਾਰੀ ਅੱਗੇ ਨਾ ਫੈਲੇ, ਜੇ ਕਿਸੇ ਨੂੰ ਹੋ ਜਾਂਦੀ ਹੈ ਤਾਂ ਘੱਟੋ ਘੱਟ ਉਹਦਾ ਪਰਿਵਾਰ ਜਾਂ ਉਹਦਾ ਆਸਾ ਪਾਸਾ ਬਚਿਆ ਰਹੇ। ਇਹ ਇhtiyਾਤ ਰੱਖਣ ਦੀ ਜ਼ਰੂਰਤ ਹੈ। ਦਵਾਈਆਂ ਆਪਣੀ ਜਗ੍ਹਾ ਨੇ, ਪਰ ਜਿਹੜਾ ਅਸੀਂ ਆਪਣਾ ਬਚਾਅ ਕਰ ਸਕਦੇ ਹਾਂ ਉਹ ਬਹੁਤ ਜ਼ਰੂਰੀ ਹੈ। ਜੀ ਬਿਲਕੁਲ। ਇਹਦੇ ਨਾਲ ਹੀ ਇੱਕ ਹੋਰ ਅੰਤਰਰਾਸ਼ਟਰੀ ਖਬਰ ਹੈ। ਡਿਊਟੀ ਦੌਰਾਨ ਸ਼ਹੀਦ ਹੋਏ ਪੰਜਾਬੀ ਮੂਲ ਦੇ ਅਮਰੀਕੀ ਪੁਲਿਸ ਅਧਿਕਾਰੀ ਨੂੰ ਅਮਰੀਕਾ ਸੰਸਦ ਨੇ ਇੱਕ ਵੱਡਾ ਮਾਣ ਬਖਸ਼ਿਆ ਹੈ। ਸੰਦੀਪ ਸਿੰਘ ਦੇ ਨਾਮ ਤੇ ਹਿਊਸਟਨ ਦੇ ਵਿੱਚ ਇੱਕ ਡਾਕ ਘਰ ਬਣ ਜਾ ਰਿਹਾ ਹੈ। ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ? ਮੇਰੇ ਖਿਆਲ ਬਹੁਤ ਅੱਛੀ ਖਬਰ ਹੈ ਸਾਡੇ ਲਈ, ਖਾਸ ਤੌਰ ਤੇ ਸਾਨੂੰ ਬਹੁਤ ਮਾਣ ਮਿਲ ਰਿਹਾ, ਕਿਉਂਕਿ ਜਿਹੜਾ ਇਹ ਘਟਨਾ ਹੋਈ ਸੀ ਬਹੁਤ ਦੁਖਦਾਈ ਘਟਨਾ ਸੀਗੀ। ਉਹ ਨੌਜਵਾਨ ਇੱਕ ਅਫਸਰ ਜਿਹੜਾ ਬਹੁਤ ਹੀ ਜ਼ਿੰਮੇਵਾਰ ਸੀ, ਬਹੁਤ ਅੱਛੇ ਤਰੀਕੇ ਨਾਲ ਆਪਣੀ ਡਿਊਟੀ ਨਿਭਾ ਰਿਹਾ ਸੀਗਾ, ਉਹਦਾ ਮਾਰਿਆ ਜਾਣਾ, ਬਹੁਤ ਬੁਰੇ ਹਾਲਾਤਾਂ ਵਿੱਚ ਮਾਰਿਆ ਜਾਣਾ, ਉਹ ਇੱਕ ਮਾਨਵੀ ਸੰਵੇਦਨਾ ਵੀ ਉਹਦੇ ਲਈ ਪੈਦਾ ਹੋਈ। ਦੂਸਰਾ, ਕਿਉਂਕਿ ਅਮਰੀਕਾ ਦੇ ਵਿੱਚ ਹੁਣ ਵੋਟਾਂ ਵੀ ਹੋ ਰਹੀਆਂ ਨੇ, 3 ਨਵੰਬਰ ਨੂੰ VOTING ਹੋ ਰਹੀ ਹੈ, ਉਹਦੇ ਕਾਰਨ ਵੀ ਹੋ ਸਕਦਾ ਇਸ ਤਰ੍ਹਾਂ ਦਾ ਫੈਸਲਾ ਫੌਰੀ ਤੌਰ ਤੇ ਲਿਆ ਗਿਆ ਹੋਵੇ। ਪਰ ਕੁੱਲ ਮਿਲਾ ਕੇ ਇਹ ਬਹੁਤ ਅੱਛਾ ਫੈਸਲਾ, ਸਾਡੇ ਪੰਜਾਬੀ ਭਾਈਚਾਰੇ ਦਾ ਪੂਰੀ ਦੁਨੀਆ 'ਚ ਮਾਣ ਇਹਦੇ ਨਾਲ ਉੱਚਾ ਹੋਇਆ। ਅਮਰੀਕਾ ਦੇ ਵਿੱਚ ਅਸੀਂ ਬਹੁਤ ਪ੍ਰਭਾਵੀ ਹਾਂ ਕਿ ਸਿਆਸੀ ਤੌਰ ਤੇ ਵੀ, ਸਮਾਜਿਕ ਤੌਰ ਤੇ ਵੀ ਸਾਡੇ ਲੋਕਾਂ ਦੇ ਬਹੁਤ ਵੱਡੇ ਕਾਰੋਬਾਰ ਨੇ, ਪਰ ਇਹ ਜਿਹੜੀ ਗੱਲ ਹੈਗੀ, ਇਹਦੇ ਨਾਲ ਸਾਡੀ ਜਿਹੜੀ ਉੱਥੇ ਜਿਹੜੀ ਸਾਡੀ ਪ੍ਰੈਜੈਂਸ ਹੈਗੀ, ਉਹਦੇ ਪਤਾ ਲੱਗਦਾ ਵੀ ਅਸੀਂ ਸਰਕਾਰ ਦੇ ਵਿੱਚ, ਸਾਡਾ ਉੱਥੇ ਬਹੁਤ ਸਾਰਾ ਹੱਥ ਹੈਗਾ, ਸਰਕਾਰ ਸਾਡੀ ਗੱਲ ਨੂੰ ਸੁਣਦੀ ਹੈ, ਮੰਨਦੀ ਹੈ। ਜੀ, ਇਹਦੇ ਨਾਲ ਹੀ ਅਗਲੀ ਖਬਰ ਜਿਹੜੀ ਹੈ ਉਹ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਲੋਕ ਸਭਾ ਦੇ ਵਿੱਚ ਬਿਆਨ ਨੂੰ ਲੈ ਕੇ ਉਹਨਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਭਾਰਤ, ਚੀਨ ਤੇ ਭਾਰਤ ਦੇ ਵਿਚਾਲੇ ਅਮਨ ਸ਼ਾਂਤੀ ਚਾਹੁੰਦਾ ਹੈ, ਪਰ ਜਿਹੜੀ ਚੀਨ ਦੀ ਇੱਕ ਪਾਸੜ ਕੋਸ਼ਿਸ਼ ਹੈ ਉਹ ਜਿਹੜੀ ਬੇਕਾਮਯਾਬ ਜਾਪਦੀ ਹੈ। ਚੀਨ ਇਸ ਨੂੰ ਜਿਹੜਾ ਸੀਰੀਅਸ ਨਹੀਂ ਲੈ ਰਿਹਾ, ਤੇ ਇਹਦੇ ਉੱਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਭਾਰਤੀ ਹਥਿਆਰਬੰਦ ਦਸਤੇ ਜਿਹੜੇ ਨੇ ਉਹਨਾਂ ਦੀ ਵੀ ਉਹਨਾਂ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਪੂਰੀ ਮੁਸ਼ਤੈਦੀ ਦੇ ਨਾਲ ਤਾਇਨਾਤ। ਜੀ ਮਨਪ੍ਰੀਤ ਜੀ, ਗੱਲ ਬੜੀ ਸਾਫ਼ ਹੈਗੀ। ਪਹਿਲੀ ਗੱਲ ਤਾਂ ਜਿਹੜਾ ਪਾਰਲੀਮੈਂਟ 'ਚ ਕੋਈ ਭਾਸ਼ਣ ਦਿੱਤਾ ਜਾਂਦਾ, ਸੰਸਦ ਦੇ ਵਿੱਚ ਭਾਸ਼ਣ ਦਿੱਤਾ ਜਾਂਦਾ, ਉਹਦੀ ਬਹੁਤ ਅਹਿਮੀਅਤ ਹੁੰਦੀ ਹੈ, ਕਿਉਂਕਿ ਉਹਦੇ ਤੱਥ ਹੁੰਦੇ ਨੇ, ਉਹਦੇ ਵਿੱਚ ਕੋਈ ਤੋੜ ਮਰੋੜ ਨਹੀਂ ਹੋ ਸਕਦੀ ਹੈਗੀ। ਉਹਨਾਂ ਨੇ ਬਹੁਤ ਅੱਛੀਆਂ ਗੱਲਾਂ ਕਹੀਆਂ ਨੇ, ਭਾਰਤ ਦਾ ਪੱਖ ਰੱਖਿਆ, ਪਰ ਜਿਹੜੀ ਮੌਜੂਦਾ ਸਥਿਤੀ ਹੈ ਸਰਹੱਦ ਉੱਪਰ ਬਹੁਤ ਖਤਰਨਾਕ ਹੱਦ ਤੱਕ ਪਹੁੰਚ ਚੁੱਕੀ ਹੈ, ਬੜਾ ਤਣਾਅ ਪੈਦਾ ਹੋ ਚੁੱਕਾ ਹੈ। ਭਾਰਤ ਵੀ ਆਪਣੀ ਤਿਆਰੀ ਕਰ ਰਿਹਾ, ਚਾਈਨਾ ਵੀ ਆਪਣੀ ਤਿਆਰੀ ਕਰ ਰਿਹਾ, ਪਰ ਜਿਹੜੀਆਂ ਉਹਨਾਂ ਨੇ ਗੱਲਾਂ ਕਹੀਆਂ ਨੇ ਉਹ ਗੱਲਾਂ ਪਹਿਲਾਂ ਲੋਕਾਂ ਨੂੰ ਪਤਾ ਨਹੀਂ ਸੀ। ਪਹਿਲੀ ਗੱਲ ਤਾਂ ਇਹ ਵੀ ਉਹਨਾਂ ਨੇ ਕਿਹਾ ਵੀ 2003 ਤੋਂ ਬਾਅਦ ਚੀਨ, ਪਹਿਲਾਂ ਕਿਉਂਕਿ ਚੀਨ ਤੇ ਭਾਰਤ ਦੋਨੇ ਇਹ ਚਾਹੁੰਦੇ ਸੀ ਪਹਿਲਾਂ ਵੀ ਜਿਹੜੀ LIC ਹੈ, ਜਿਹੜੀ LAC ਹੈ, ਉਹਨੂੰ ਇੱਕ ਪੱਕੀ ਸਰਹੱਦ ਵਿੱਚ ਬਦਲ ਦਿੱਤਾ ਜਾਵੇ। ਆਪਸੀ ਗੱਲਬਾਤ ਦੇ ਵਿੱਚ 2 ਵਾਰੀ ਉਹਦੇ ਵਿੱਚ ਗੱਲਬਾਤ ਹੋਈ, 2000 ਪਹਿਲਾਂ 1990 'ਚ ਹੋਈ ਹੈ, ਫਿਰ ਮੇਰੇ ਖਿਆਲ 2003 ਦੇ ਵਿੱਚ ਹੋਈ ਹੈ। ਉਸ ਤੋਂ ਬਾਅਦ ਇਸ ਮੁੱਦੇ ਤੇ ਕੋਈ ਗੱਲਬਾਤ ਦੋਨਾਂ ਦੇਸ਼ਾਂ 'ਚ ਨਹੀਂ ਹੋਈ, ਤੇ ਉਹ ਕਹਿੰਦੇ ਨੇ ਵੀ ਚੀਨ ਨੇ ਕੋਈ ਰਿਸਪੌਂਸ ਨਹੀਂ ਕੀਤਾ, ਇਸ ਕਰਕੇ ਇਹ ਗੱਲਬਾਤ ਅੱਗੇ ਨਹੀਂ ਤੁਰ ਸਕੀ। ਜੇ ਇਹ ਹੁੰਦੀ ਤਾਂ ਅੱਜ ਵਾਲਾ ਝਗੜਾ ਸ਼ਾਇਦ ਨਾ ਹੁੰਦਾ, ਅੱਜ ਵਾਲਾ ਤਣਾਅ ਜਿਹੜਾ ਪੈਦਾ ਹੋਇਆ ਨਾ ਹੁੰਦਾ। ਦੂਸਰੀ ਗੱਲ, ਉਹਨਾਂ ਨੇ 3 ਨਿਕਾਤੀ ਗੱਲਾਂ ਕੀਆਂ ਨੇ ਵੀ ਚੀਨ ਦੇ ਨਾਲ ਜਿਹੜਾ ਸਾਡਾ ਟਕਰਾਅ ਹੈਗਾ ਉਹ 'ਚ 3 ਗੱਲਾਂ ਤੇ ਚੀਨ ਪਹਿਰਾ ਦੇਵੇ ਤਾਂ ਉਹ ਠੀਕ ਸਥਿਤੀ ਹੋ ਸਕਦੀ ਹੈਗੀ। ਪਹਿਲੀ ਤਾਂ ਉਹ ਇਹ ਵੀ ਰਿਸਪੈਕਟ ਕਰੇ, ਜਿਹੜੀ ਸਾਡੀ LAC ਉਹਦਾ ਰਿਸਪੈਕਟ ਕਰਨਾ ਚਾਹੀਦਾ ਹੈਗਾ। ਉਹਦੇ ਨਾਲ ਜਿਹੜੇ ਪੈਕਟ ਜੁੜੇ ਹੋਏ ਨੇ, ਕਈ ਪੈਕਟ ਹੋਏ ਨੇ, 2 ਪੈਕਟ ਅਸੀਂ ਚੀਨ ਨਾਲ ਕੀਤੇ ਨੇ ਕਿ ਜਿਹੜੀ ਉੱਥੇ LAC ਦੇ ਕਿਸ ਤਰ੍ਹਾਂ ਵਿਚਰਨਾ। ਇੱਕ ਤਾਂ ਇਹ ਵੀ ਬਹੁਤ ਵੱਡੀ ਤਾਇਨਾਤੀ ਨਹੀਂ ਹੋ ਸਕਦੀ, ਉਹ ਤਾਇਨਾਤੀ ਦਾ ਇੱਕ ਘੇਰਾ ਵੀ ਹੈ ਵੀ ਤੁਸੀਂ ਕਿੰਨੇ ਕਿਲੋਮੀਟਰ ਪਿੱਛੇ ਰਹਿਣਾ ਗਾ, ਇਹ ਵੀ ਜ਼ਰੂਰੀ ਹੈ, ਪਰ ਉਹਦੀ ਉਲੰਘਣਾ ਵਾਰ-ਵਾਰ ਚੀਨ ਕਰ ਰਿਹਾ ਹੈਗਾ। ਉਹ ਜਿਹੜੇ ਪੈਕਟ ਨੇ ਉਹਨਾਂ ਦੀ ਰਿਸਪੈਕਟ ਹੋਣਾ ਚਾਹੀਦਾ, ਚੀਨ ਨੂੰ ਕਰਨਾ ਚਾਹੀਦਾ। ਜੇ ਉਹ ਨਹੀਂ ਕਰਦਾ ਫਿਰ ਟਕਰਾਅ ਦੇ ਹਾਲਤ ਆਪਣੇ ਆਪ ਬਣਦੇ ਨੇ। ਤੇ ਦੂਸਰਾ ਇਹ ਹੈ ਵੀ ਅਸੀਂ ਇੱਕ ਦੂਸਰੇ ਦੇਸ਼ ਦੇ ਜਿਹੜੀਆਂ ਫੌਜਾਂ ਨੇ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਦੇ ਅਨੁਸ਼ਾਸਨ ਦੇ ਵਿੱਚ ਰੱਖੀਏ, ਜਿਵੇਂ ਲੱਦਾਖ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਜਿਹਦੇ ਵਿੱਚ ਸਾਡੇ ਫੌਜੀ ਸ਼ਹੀਦ ਹੋਏ ਨੇ, ਚੀਨ ਦਾ ਵੀ ਨੁਕਸਾਨ ਹੋਇਆ। ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਵਾਪਰਨੀਆਂ ਚਾਹੀਦੀਆਂ। ਚੀਨ ਦੀ ਜਿਹੜੀ ਸੈਨਾ, ਚੀਨ ਦੀ ਸਰਕਾਰ ਹੈ,
ਉਹਨੂੰ ਅਨੁਸ਼ਾਸਨ ਤੋਂ ਕੰਮ ਲੈਣਾ ਚਾਹੀਦਾ। ਭਾਰਤ ਨੂੰ ਵੀ ਮੇਰਾ ਖਿਆਲ ਹੈ ਇਸ ਤਰ੍ਹਾਂ ਦੇ ਟਕਰਾਅ 'ਚ ਨਹੀਂ ਪੈਣਾ ਚਾਹੀਦਾ। ਇਹ ਟਕਰਾਅ ਸਾਡੇ ਲਈ ਬਹੁਤ ਵੱਡਾ ਨੁਕਸਾਨਦਾਇਕ ਹੈ। ਇਹ ਕਿਉਂਕਿ ਅਸੀਂ ਸਤੰਬਰ ਦੇ ਸ਼ੁਰੂ ਵਿੱਚ ਸਾਡੇ ਵਿਦੇਸ਼ ਮੰਤਰੀ ਵੀ ਰੂਸ ਦੇ ਵਿੱਚ ਚੀਨ ਦੇ ਵਿਦੇਸ਼ ਮੰਤਰੀ ਨੂੰ ਮਿਲ ਚੁੱਕੇ ਨੇ। ਮੇਰੇ ਖਿਆਲ ਉਹਦੇ ਆਊਟਕਮ ਵੀ ਆਉਣ ਵਾਲੇ ਸਮੇਂ 'ਚ ਆ ਸਕਦੇ ਨੇ। ਸਾਡੇ ਜਿਹੜੇ ਸੁਰੱਖਿਆ ਸਲਾਹਕਾਰ ਨੇ ਉਹ ਵੀ ਲਗਾਤਾਰ ਚੀਨ ਦੇ ਨਾਲ ਗੱਲਬਾਤ ਚਲਾ ਰਹੇ ਨੇ। ਇਹ ਬਿਹਤਰ ਹੈ ਵੀ ਇਸ ਗੱਲਬਾਤ ਦੇ ਵਿੱਚ ਅਸੀਂ ਜਿਹੜੇ ਮਸਲੇ ਨੇ ਜਿਹੜੇ ਜਿਨ੍ਹਾਂ ਉੱਤੇ ਟਕਰਾਅ ਸਾਡਾ ਪੈਦਾ ਹੋਇਆ ਉਹ ਦੂਰ ਕੀਤੇ ਜਾਣ। ਬੇਸ਼ੱਕ ਚੀਨ ਨੇ ਸਾਡੀ ਬਹੁਤ ਵੱਡੀ ਮਾਤਰਾ 'ਚ ਭੂਮੀ ਦੱਬੀ ਹੋਈ ਹੈਗੀ, ਪਰ ਫਿਰ ਵੀ ਮੌਜੂਦਾ ਸਮੇਂ ਟਕਰਾਅ ਨਹੀਂ ਹੋਣਾ ਚਾਹੀਦਾ। ਜੰਗ ਨਹੀਂ ਘੱਟੋ ਘੱਟ ਹੋਣੀ ਚਾਹੀਦੀ, ਗੱਲਬਾਤ ਚੱਲਣੀ ਚਾਹੀਦੀ ਹੈਗੀ। ਤੈਨਾਤੀ ਹੋਣਾ ਆਪਣੇ ਆਪ ਇੱਕ ਹੋਰ ਗੱਲ ਹੈਗੀ, ਆਪਣੀ ਰੱਖਿਆ ਕਰਨੀ ਹੋਰ ਗੱਲ ਹੈਗੀ, ਪਰ ਇਹਨੂੰ ਇੱਕ ਜੰਗ ਦੇ ਵਿੱਚ ਬਦਲਣਾ ਨਹੀਂ ਚਾਹੀਦਾ ਜੀ। ਇਹਦੇ ਨਾਲ ਹੀ ਅਗਲੀ ਖਬਰ ਜਿਹੜੀ ਪੰਜਾਬ ਦੇ ਨਾਲ ਜੁੜੀ ਹੈ, ਖੇਤੀ ਆਰਡੀਨੈਂਸਾਂ ਨੂੰ ਲੈ ਕੇ ਕਿਸਾਨਾਂ ਦਾ ਜਿਹੜਾ ਰੋਹ ਅਜੇ ਤੱਕ ਮੱਠਾ ਨਹੀਂ ਪਿਆ ਔਰ ਕਿਸਾਨਾਂ ਨੇ ਦਿਨ ਰਾਤ ਦੇ ਮੋਰਚੇ ਲਾਉਣ ਦਾ ਜਿਹੜਾ ਐਲਾਨ ਕਰ ਦਿੱਤਾ ਹੈ। ਕਿਵੇਂ ਦੇਖਦੇ ਹੋ ਇਸ ਖਬਰ ਨੂੰ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਅਸੀਂ ਬਹੁਤ ਵੱਡਾ ਆਪਣੇ ਨੁਕਸਾਨ ਕਰ ਰਹੇ ਹਾਂ। ਜਦੋਂ ਇਸ ਤਰ੍ਹਾਂ ਦੇ ਅੰਦੋਲਨ ਹੁੰਦੇ ਨੇ ਉਹਦੇ ਨਾਲ ਸਾਡਾ ਆਰਥਿਕ ਤੌਰ 'ਤੇ ਵੀ ਨੁਕਸਾਨ ਹੁੰਦਾ, ਸਮਾਜਿਕ ਤੌਰ 'ਤੇ ਵੀ ਹੁੰਦਾ। ਪਰ ਅੱਜ ਮੌਜੂਦਾ ਕਰੋਨਾ ਸੰਕਟ ਦੇ ਸਮੇਂ ਜਦੋਂ ਅਸੀਂ ਸਾਰੇ ਸੰਕਟ ਵਿੱਚੋਂ ਗੁਜ਼ਰ ਰਹੇ ਹਾਂ, ਸਾਰਿਆਂ ਦੇ ਕੰਮ ਧੰਦੇ ਬੰਦ ਨੇ, ਉਸ ਸਮੇਂ ਇਸ ਤਰ੍ਹਾਂ ਦਾ ਅੰਦੋਲਨ ਹੋਣਾ ਬਹੁਤ ਦੁਖਦਾਈ ਹੈ। ਪਰ ਇਹਦੇ ਵਿੱਚ ਸਰਕਾਰ ਦੀ ਜਿਹੜੀ ਭੂਮਿਕਾ ਹੈ, ਖਾਸ ਤੌਰ 'ਤੇ ਕੇਂਦਰ ਸਰਕਾਰ ਦੀ ਭੂਮਿਕਾ ਬਹੁਤ ਚਿੰਤਾਜਨਕ ਹੈ, ਨਖੇਦੀਜਨਕ ਹੈ। ਸਰਕਾਰ ਨੂੰ ਚਾਹੀਦਾ ਸੀ ਵੀ ਕਿਸਾਨਾਂ ਦੀ ਜਥੇਬੰਦੀਆਂ ਨਾਲ ਗੱਲਬਾਤ ਕਰਦੀ, ਉਸ ਤੋਂ ਬਾਅਦ ਕੋਈ ਇਸ ਤਰ੍ਹਾਂ ਦਾ ਕਾਨੂੰਨ ਜਿਹੜਾ ਉਹਨਾਂ ਬਾਰੇ ਬਣਾਇਆ ਜਾਣਾ ਕਿਸਾਨਾਂ ਬਾਰੇ, ਤਾਂ ਕਿਸਾਨਾਂ ਨਾਲ ਕਿਉਂ ਨਾ ਗੱਲਬਾਤ ਕੀਤੀ ਜਾਵੇ, ਕਿਸਾਨਾਂ ਨੂੰ ਕਿਉਂ ਨਾ ਭਰੋਸੇ 'ਚ ਲਿਆ ਜਾਵੇ। ਇਹ ਸਰਕਾਰ ਦੀ ਜ਼ਿੰਮੇਵਾਰੀ ਸੀ, ਪਰ ਸਰਕਾਰ ਨੇ ਜ਼ਿੰਮੇਵਾਰੀ ਨਹੀਂ ਨਿਭਾਈ ਹੈਗੀ। ਤੇ ਆਰਡੀਨੈਂਸ, ਪਰ ਮੈਂ ਇੱਕ ਦੂਸਰੀ ਗੱਲ ਵੀ, ਆਰਡੀਨੈਂਸ ਪਿਛਲੇ ਸਾਲ ਜਾਰੀ ਹੋਏ ਸੀਗੇ, ਉਸ ਤੋਂ ਬਾਅਦ ਇਸ ਤਰ੍ਹਾਂ ਦਾ ਕੋਈ ਵੱਡਾ ਅੰਦੋਲਨ ਨਹੀਂ ਹੋਇਆ ਹੈਗਾ। ਹੁਣ ਕਿਉਂ ਅੰਦੋਲਨ ਹੋ ਰਿਹਾ ਜੀ? ਤੇ ਇੱਕ ਇਹ ਇਹਦੇ ਸਵਾਲ ਹੈਗਾ। ਦੂਸਰਾ ਗੱਲ ਇਹ ਵੀ ਉਹ ਚੀਜ਼ਾਂ ਜਿਹੜੀਆਂ ਆਰਡੀਨੈਂਸ ਨਾਲ ਜੁੜੀਆਂ ਹੋਏ ਨੇ, ਜਿਹੜੀਆਂ ਸਰਕਾਰ ਨਵੀਆਂ ਕਰਨ ਜਾ ਰਹੀ ਹੈ, ਉਹਨਾਂ ਬਾਰੇ ਕਿਸਾਨਾਂ ਦੀ ਜਥੇਬੰਦੀਆਂ ਨੂੰ, ਕਿਸਾਨ ਜਿਹੜੇ ਖੇਤੀ ਦੇ ਮਾਹਰ ਨੇ, ਉਹਨਾਂ ਨੂੰ ਉਹ ਤੱਥ ਸਾਹਮਣੇ ਲਿਆਉਣੇ ਚਾਹੀਦੇ ਲੋਕਾਂ ਦੇ ਸਾਹਮਣੇ। ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਇਸ ਕਾਨੂੰਨ ਦੇ ਵਿੱਚ ਇਹ ਗਲਤ ਹੈ, ਸਟੱਡੀ ਹੋਣੀ ਚਾਹੀਦਾ, ਅਧਿਐਨ ਉਹਦਾ ਸਾਹਮਣੇ ਆਉਣਾ ਚਾਹੀਦਾ। ਇੱਕ ਗੱਲ ਹੋਰ ਹੈ ਬਹੁਤ ਜ਼ਰੂਰੀ ਵੀ, ਜਿਹੜਾ ਅਸੀਂ ਜਿਵੇਂ ਹੁਣ ਕਿਸਾਨਾਂ ਨੇ ਸੜਕਾਂ ਰੋਕੀਆਂ ਨੇ 3 ਥਾਵਾਂ 'ਤੇ, ਜਿਹੜੇ ਦਰਿਆਈ ਪੁਲ ਨੇ ਉਹ ਰੋਕੇ ਹੋਏ ਨੇ, 25 ਥਾਵਾਂ 'ਤੇ ਜਾਮ ਹੋਇਆ ਕੱਲ੍ਹ, ਅੱਜ ਵੀ ਹੋ ਸਕਦਾ ਲਗਾਤਾਰ ਜਾਰੀ ਰਹੇ। ਇਹਦੇ ਨਾਲ ਆਮ ਜਨਤਾ ਵੀ ਬਹੁਤ ਪ੍ਰਭਾਵਿਤ ਹੁੰਦੀ ਹੈ, ਉਹਦਾ ਵੀ ਸਾਨੂੰ ਖਿਆਲ ਰੱਖਣਾ ਚਾਹੀਦਾ। ਕੋਈ ਅਲਟਰਨੇਟਿਵ ਇਸ ਤਰ੍ਹਾਂ ਦਾ ਲੱਭਣਾ ਚਾਹੀਦਾ। ਰੋਸ ਪ੍ਰਗਟ ਕਰਨਾ ਆਪਣੀ ਥਾਂ ਹੈਗਾ, ਪਰ ਜਨਤਾ ਦੇ ਹਿੱਤਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ, ਕਿਉਂਕਿ ਉਹਨਾਂ ਕੋਲ ਅਸੀਂ ਤੁਸੀਂ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਫਿਰ ਉਹਨਾਂ ਕੋਲ ਵੋਟਾਂ ਲਈ ਵੀ ਜਾਣਾ ਹੈਗਾ। ਇਸ ਕਰਕੇ ਇਹ ਜ਼ਰੂਰੀ ਹੈ। ਇੱਕ ਪੰਜਾਬ ਸਰਕਾਰ ਨੂੰ ਆਪਣੇ ਤੌਰ 'ਤੇ ਥੋੜ੍ਹਾ ਜਿਹਾ ਸਥਿਤੀ ਨੂੰ ਭੜਕਾਊ ਨਹੀਂ ਬਣਾਉਣਾ ਚਾਹੀਦਾ। ਪੰਜਾਬ ਸਰਕਾਰ ਬਕਾਇਦਾ ਇਸ ਸਾਰੀ ਚੀਜ਼ ਨਾਲ ਜੁੜੀ ਹੋਈ ਹੈ, ਸਾਰੀ ਪ੍ਰੋਸੈਸਿੰਗ ਨਾਲ ਜੁੜੀ ਹੋਈ ਹੈ। ਜਦੋਂ ਆਰਡੀਨੈਂਸ ਲਾਗੂ ਹੋਇਆ ਸੀ ਉਦੋਂ ਵੀ ਸਰਕਾਰ ਦੀ ਰਾਏ ਲਈ ਗਈ ਸੀ। ਬਾਅਦ ਦੇ ਵਿੱਚ ਜਿਹੜਾ ਬਿੱਲ ਬਣਾਇਆ ਉਹਦੇ ਵਿੱਚ ਵੀ ਬਕਾਇਦਾ ਮੀਟਿੰਗਾਂ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਜਾਂਦੇ ਰਹੇ ਨੇ। ਹੁਣ ਉਹ ਇੱਕ ਵੱਖਰੀ ਪੋਜੀਸ਼ਨ ਲੈ ਰਹੇ ਨੇ, ਕਿਉਂਕਿ ਉਹ ਰਾਜਸੀ ਤੌਰ 'ਤੇ ਉਹਨੂੰ ਲੱਗਦਾ ਵੀ ਸਾਡਾ ਨੁਕਸਾਨ ਹੈਗਾ, ਅਕਾਲੀ ਦਲ ਦਾ ਨੁਕਸਾਨ ਹੋਣਾ ਚਾਹੀਦਾ, ਜਾਂ ਅਕਾਲੀ ਦਲ ਨੂੰ ਜਿਹੜਾ ਲਾਭ ਮਿਲਣਾ ਸੀ ਉਹ ਸਾਨੂੰ ਮਿਲਣਾ ਚਾਹੀਦਾ ਹੈਗਾ। ਇਹ ਇਸ ਤਰ੍ਹਾਂ ਦੀ ਸਥਿਤੀ ਨਹੀਂ ਪੈਦਾ ਕਰਨੀ ਚਾਹੀਦੀ। ਸਾਨੂੰ ਬਹੁਤ ਸਪਸ਼ਟ ਰਾਏ ਰੱਖਣੀ ਚਾਹੀਦੀ ਸਾਰੇ ਮਾਮਲਿਆਂ ਬਾਰੇ। ਖੇਤੀਬਾੜੀ ਦਾ ਜਿਹੜਾ ਕਿੱਤਾ ਹੈ ਉਹ ਸਾਡੇ ਪੰਜਾਬ ਲਈ ਵੀ, ਸਾਡੇ ਦੇਸ਼ ਲਈ ਵੀ ਬੜਾ ਅਹਿਮ ਹੈਗਾ। ਉਹਨੂੰ ਬਚਾਉਣਾ ਵੀ ਬੜਾ ਜ਼ਰੂਰੀ ਹੈ, ਕਿਸਾਨਾਂ ਨੂੰ ਬਚਾਉਣਾ ਬੜਾ ਜ਼ਰੂਰੀ ਹੈ। ਉਹਨਾਂ ਦਾ ਨੁਕਸਾਨ ਕਿਸੇ ਵੀ ਤਰ੍ਹਾਂ, ਕਿਸੇ ਵੀ ਧਿਰ ਵੱਲੋਂ ਨਹੀਂ ਹੋਣਾ ਚਾਹੀਦਾ। ਜੇ ਸਾਨੂੰ ਇਹ ਲੱਗਦਾ ਵੀ ਜਿਹੜਾ ਨਵੇਂ ਕਾਨੂੰਨ ਨੇ ਉਹਦੇ ਵਿੱਚ ਕਾਰਪੋਰੇਟ ਅਦਾਰਿਆਂ ਨੂੰ ਫਾਇਦਾ ਹੋ ਸਕਦਾ, ਜਾਂ ਕਾਰਪੋਰੇਟ ਅਦਾਰੇ ਨੇ ਜਿਹੜੇ ਉਹ ਦਾਖਲ ਹੋ ਸਕਦੇ ਨੇ, ਤਾਂ ਸਾਨੂੰ ਇਸ ਗੱਲ ਦਾ ਸਾਹਮਣੇ ਲਿਆਉਣੀ ਪਊ ਗੱਲ ਵੀ ਕਿਵੇਂ ਹੈਗੇ। ਕਿਉਂਕਿ ਸਰਕਾਰ ਇਹ ਕਹਿ ਰਹੀ ਹੈਗੀ ਵੀ ਅਸੀਂ ਮੰਡੀ ਦੇ ਵਿੱਚ ਮੁਕਾਬਲਾ ਪੈਦਾ ਕਰਨਾ ਚਾਹੁੰਦੇ ਹਾਂ, ਜ਼ਿਆਦਾ ਇਨਵੈਸਟਮੈਂਟ ਆਏਗੀ, ਕਿਸਾਨ ਨੂੰ ਫਾਇਦਾ ਹੋਏਗਾ, ਕਿਸਾਨ ਨੂੰ ਸਮਰਥਨ ਮੁੱਲ ਤੋਂ ਵੱਧ ਪੈਸੇ ਮਿਲਣਗੇ ਫਸਲ ਦੇ। ਪਰ ਇਹ ਗੱਲਾਂ ਆਉਣ ਵਾਲੇ ਸਮੇਂ 'ਚ ਪ੍ਰੂਫ ਹੁੰਦੀਆਂ ਨੇ ਜਾਂ ਪੱਕੀਆਂ ਹੁੰਦੀਆਂ ਨੇ ਜਾਂ ਨਹੀਂ। ਹੋ ਸਕਦਾ ਕੇਂਦਰ ਸਰਕਾਰ ਗਲਤ ਹੋਵੇ, ਜਾਂ ਜਿਹੜੀ ਕਿਸਾਨ ਜਿਹੜੇ ਵਿਰੋਧ ਕਰ ਰਹੇ ਨੇ ਉਹ ਗਲਤ ਹੋਣ। ਪਰ ਇਹਦੀ ਜਿਹੜੀ ਅਸਲ ਸਥਿਤੀ ਹੈ ਉਹ ਸਾਹਮਣੇ ਆਉਣੀ ਚਾਹੀਦੀ ਹੈ। ਸਾਰੀਆਂ ਧਿਰਾਂ ਨੂੰ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ। ਸੈਂਟਰ ਸਰਕਾਰ ਨੂੰ ਕੋਈ ਵੀ ਜਿਹੜਾ ਇੱਕ ਕਾਨੂੰਨ, ਇੱਕ ਬਿੱਲ ਕੱਲ੍ਹ ਪਾਸ ਹੋ ਚੁੱਕਾ ਹੈਗਾ, 2 ਬਿੱਲ ਹਲੇ ਰਹਿੰਦੇ ਨੇ, ਤੇ ਉਦੋਂ ਪਹਿਲਾਂ ਜੇ ਦੋਨੇ ਧਿਰਾਂ ਜਾਂ ਤਿੰਨੇ ਧਿਰਾਂ ਜਿਹਦੇ ਵਿੱਚ ਪੰਜਾਬ ਸਰਕਾਰ ਵੀ ਸ਼ਾਮਲ ਕਰ ਲਈ ਜਾਵੇ, ਗੱਲਬਾਤ ਕਰਨ ਆਪਸ ਦੇ ਵਿੱਚ, ਉਹਦੇ ਵਿੱਚ ਜੋ ਵੀ ਨਤੀਜਾ ਆਉਂਦਾ ਤਾਂ ਉਹਨੂੰ ਪ੍ਰਵਾਨ ਕਰਨ ਜੀ। ਇਸ ਦੇ ਨਾਲ ਹੀ ਅਗਲੀ ਖਬਰ ਜਿਹੜੀ ਜੁੜਦੀ ਹੈ, ਪੰਜਾਬ ਪੁਲਿਸ ਦੇ ਸਾਬਕਾ ਮੁਖੀ ਸੁਮੇਧ ਸੈਣੀ ਜੀ ਨੂੰ ਵੱਡੀ ਰਾਹਤ ਦਿੰਦਿਆਂ ਸੁਪਰੀਮ ਕੋਰਟ ਨੇ ਜਿਹੜੀ ਉਹਨਾਂ ਦੀ ਆਰਜ਼ੀ ਰੋਕ ਲਗਾ ਦਿੱਤੀ ਹੈ ਗ੍ਰਿਫਤਾਰੀ ਤੇ। ਕਿਵੇਂ ਲੈਂਦੇ ਹੋ ਇਸ ਫੈਸਲੇ ਨੂੰ? ਪਹਿਲੀ ਗੱਲ ਤਾਂ ਜਿਹੜੇ ਇਸ ਤਰ੍ਹਾਂ ਦੇ ਕਾਨੂੰਨੀ ਮਸਲੇ ਹੁੰਦੇ ਨੇ ਬੜੇ ਸੰਵੇਦਨਸ਼ੀਲ ਹੁੰਦੇ ਨੇ। ਕੋਈ ਇਹਦੇ ਬਾਰੇ 'ਚ ਸੋਸ਼ਲ ਮੀਡੀਆ 'ਤੇ ਕੁਝ ਵੀ ਟਿੱਪਣੀ ਕਰ ਸਕਦਾ, ਸਿਆਸੀ ਲੋਕਾਂ ਨੂੰ ਵੀ ਬੜੀ ਖੁੱਲ੍ਹ ਹੁੰਦੀ ਹੈ ਜੋ ਵੀ ਕਹਿ ਸਕਦੇ ਨੇ। ਪਰ ਕਿਉਂਕਿ ਇਹ ਇੱਕ ਤਾਂ ਪਹਿਲੀ ਗੱਲ ਤਾਂ ਇਹ ਅੰਤਰਮ ਰਾਹਤ ਹੈ, ਇਹ ਅੰਤਮ ਰਾਹਤ ਨਹੀਂ ਹੈਗੀ। ਇਸ ਕੇਸ ਦੇ ਵਿੱਚ ਜਿਹੜਾ ਮੁਹਾਲੀ ਦੇ ਵਿੱਚ ਦਰਜ ਹੋਇਆ ਹੈਗਾ ਉਹ ਕੇਸ ਬਹੁਤ ਸੈਂਸਿਟਿਵ ਹੈ। ਉਹਦੇ ਵਿੱਚ ਬਹੁਤ ਸਾਰੇ ਸਬੂਤ ਨੇ। ਉਹਦੇ ਵਿੱਚ ਜਿਹੜੇ ਸਾਬਕਾ ਪੁਲਿਸ ਅਧਿਕਾਰੀ ਨੇ ਜਿਹੜੇ ਸੈਣੀ ਸਾਹਿਬ ਨਾਲ ਕੰਮ ਕਰਦੇ ਰਹੇ ਨੇ, ਉਹਨਾਂ ਦੇ ਬਕਾਇਦਾ ਬਿਆਨ ਨੇ, ਕਿਉਂਕਿ ਉਹ ਵਾਧਾ ਮਾਫ ਗਵਾਹ ਬਣ ਚੁੱਕੇ ਨੇ। ਉਹ ਕੇਸ ਬਹੁਤ ਮਜ਼ਬੂਤ ਹੈ। ਪਰ ਸੁਪਰੀਮ ਕੋਰਟ ਦੀ ਇਹ ਮਜਬੂਰੀ ਹੈ, ਕੋਰਟ ਦੀ ਹਰ ਵੇਲੇ ਇਹ ਮਜਬੂਰੀ ਹੁੰਦੀ ਹੈ ਉਹ ਦੋਨੇ ਪੱਖ ਦੇਖਦੀ ਹੈਗੀ। ਕਿਉਂਕਿ ਸੁਪਰੀਮ ਕੋਰਟ 'ਚ ਜਦੋਂ ਇਹ ਪਟੀਸ਼ਨ ਸੁਣੀ ਗਈ ਹੈਗੀ ਵੀ ਇਹਨੂੰ ਰਾਹਤ ਦਿੱਤੀ ਜਾਵੇ, ਤਾਂ ਉਹਦੇ ਵਿੱਚ ਪੰਜਾਬ ਸਰਕਾਰ ਜਾਂ ਇਸਤਗਾਸਾ ਪੱਖ ਜਿਹੜੀ ਜਿਨ੍ਹਾਂ ਨੂੰ ਜਿਹੜੀ ਪੀੜਤ
ਧਿਰ ਹੈਗੀ ਉਹਦੇ ਵੱਲੋਂ ਆਪਣਾ ਪੱਖ ਸਾਹਮਣੇ ਨਹੀਂ ਆਇਆ। ਅਦਾਲਤ ਨੇ ਨੋਟਿਸ ਜਾਰੀ ਕੀਤਾ ਪੰਜਾਬ ਸਰਕਾਰ ਨੂੰ ਵੀ ਆਪਣਾ ਪੱਖ ਰੱਖਿਆ ਜਾਵੇ, ਉਸ ਤੋਂ ਬਾਅਦ ਅੰਤਮ ਇਹਦੇ ਬਾਰੇ ਫੈਸਲਾ ਹੋਊਗਾ। ਦੂਸਰੀ ਜਿਹੜੀ ਗੱਲ ਸਭ ਤੋਂ ਅਹਿਮ ਹੈਗੀ, ਕਈ ਵਾਰੀ ਅਸੀਂ ਖਬਰਾਂ ਨੂੰ ਜਦੋਂ ਪੜ੍ਹਦੇ ਹਾਂ ਨਾ ਉਹ ਚੀਜ਼ਾਂ ਅਸੀਂ ਸਕਿਪ ਕਰ ਦਿੰਦੇ ਹਾਂ, ਉਹ ਅਹਿਮ ਗੱਲ ਇਹ ਹੈ ਵੀ ਸੁਪਰੀਮ ਕੋਰਟ ਨੇ ਕਿਹਾ ਵੀ ਇਨਵੈਸਟੀਗੇਸ਼ਨ ਵਿੱਚ ਸ਼ਾਮਲ ਹੋਣਾ ਪਊਗਾ, ਸ਼ੈਣੀ ਨੂੰ ਇਨਵੈਸਟੀਗੇਸ਼ਨ ਸ਼ਾਮਲ ਹੋਣਾ ਪਊਗਾ, ਪੁਲਿਸ ਉਹਦੀ ਪੁੱਛਗਿੱਛ ਕਰ ਸਕਦੀ ਹੈ, ਪੁਲਿਸ ਹੋਰ ਕੇਸਾਂ ਬਾਰੇ ਵੀ ਕੋਈ ਰੋਕ ਨਹੀਂ ਹੈਗੀ। ਅਦਾਲਤ ਨੇ ਇਹ ਨਹੀਂ ਕਿਹਾ ਵੀ ਕਿਸੇ ਹੋਰ ਕੇਸ 'ਚ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ, ਇਸ ਕੇਸ ਵਿੱਚ ਵੀ ਗ੍ਰਿਫਤਾਰੀ ਹੋ ਸਕਦੀ ਹੈ ਜੇ ਕੋਈ ਨਵੇਂ ਤੱਥ ਸਾਹਮਣੇ ਆਉਂਦੇ ਨੇ, ਜਾਂ ਉਹ ਅਖਵਾਲੀਆ ਬਿਆਨ ਦਿੰਦਾ ਆਪਣਾ ਜੋ ਪੁਲਿਸ ਕਸਟਡੀ ਦੇ ਵਿੱਚ, ਜਾਂ ਕੋਈ ਨਵਾਂ ਕੇਸ ਸਰਕਾਰ ਜਾਂ ਪੁਲਿਸ ਦਰਜ ਕਰਦੀ ਹੈ ਤਾਂ ਵੀ ਗ੍ਰਿਫਤਾਰੀ ਹੋ ਸਕਦੀ ਹੈਗੀ। ਇੱਕ ਤਾਂ ਇਹ ਹੈ। ਦੂਸਰਾ ਇਹ ਹੈ ਵੀ ਇਸ ਤਰ੍ਹਾਂ ਦੇ ਫੈਸਲਿਆਂ ਬਾਰੇ ਮੇਰੇ ਖਿਆਲ ਬਹੁਤ ਲੰਬੇ ਨਹੀਂ ਪਾਉਣੇ ਚਾਹੀਦੇ, ਜਿਵੇਂ 30 ਸਾਲ ਇਸ ਕੇਸ ਨੂੰ ਹੋ ਗਏ ਚੱਲਦੇ ਨੂੰ, ਇੰਨੇ ਲੰਬੇ ਨਹੀਂ ਪਾਉਣੇ ਚਾਹੀਦੇ ਸੀਗੇ। ਜੇ ਕੋਈ ਪੀੜਤ ਧਿਰ ਸੀ ਤਾਂ ਸਰਕਾਰ ਦੀ, ਕੋਈ ਵੀ ਸਰਕਾਰ ਸੀਗੀ ਜਾਂ ਪੁਲਿਸ ਸੀ, ਉਹਦੀ ਜ਼ਿੰਮੇਵਾਰੀ ਸੀ ਵੀ ਉਹ ਕਾਨੂੰਨ ਨੂੰ ਲਾਗੂ ਕਰਦੀ। ਕਾਨੂੰਨ ਅਸਲ 'ਚ ਸਾਰਿਆਂ ਲਈ ਬਰਾਬਰ ਹੈ। ਕਈ ਵਾਰੀ ਅਸੀਂ ਕਹਿੰਦੇ ਜੀ ਕਾਨੂੰਨ ਵੱਡਿਆਂ ਲਈ ਹੋਰ ਹੈ, ਵੱਡਿਆਂ ਲਈ ਹੋਰ ਨਹੀਂ ਹੈਗਾ। ਕਾਨੂੰਨ ਲਾਗੂ ਕਰਨ ਵਾਲੀਆਂ ਜਿਹੜੀਆਂ ਤਾਕਤਾਂ ਨੇ, ਜਿਨ੍ਹਾਂ 'ਚ ਸਰਕਾਰ ਵੀ ਸ਼ਾਮਲ ਹੈ, ਪੁਲਿਸ ਵੀ ਸ਼ਾਮਲ ਹੈ, ਉਹਨਾਂ ਦਾ ਰਵੱਈਆ ਪੱਖਪਾਤੀ ਹੈ। ਕਾਨੂੰਨ ਸਾਰਿਆਂ ਲਈ ਬਰਾਬਰ ਹੈ, ਪਰ ਅਸੀਂ ਉਹ ਪੱਖਪਾਤੀ ਰਵੱਈਏ ਨੂੰ ਖਤਮ ਕਰਨਾ ਆਪਣੇ ਸਿਸਟਮ ਦੇ ਵਿੱਚੋਂ। ਅਸੀਂ ਆਵਾਜ਼ ਇਸ ਖਿਲਾਫ ਉਠਾਉਣੀ ਹੈ, ਨਾ ਕਿ ਕਾਨੂੰਨ ਦੇ ਖਿਲਾਫ। ਕਾਨੂੰਨ ਨੂੰ ਕਾਇਮ ਰਹਿਣਾ ਚਾਹੀਦਾ, ਪਰ ਕਾਨੂੰਨ ਨੂੰ ਲਾਗੂ ਕਿਵੇਂ ਕਰਨਾ ਇਹਦੇ ਉੱਤੇ ਕੋਈ ਵਿਵਾਦ ਹੋ ਸਕਦਾ। ਇਹਦੇ ਬਾਰੇ 'ਚ ਕਿਉਂਕਿ ਕੋਈ ਵੀ ਚੀਜ਼ਾਂ ਇਸ ਤਰ੍ਹਾਂ ਦੇ ਸਾਹਮਣੇ ਆਉਂਦੇ ਨੇ, ਬਹੁਤ ਸੈਂਸਿਟਿਵ ਚੀਜ਼ਾਂ ਹੁੰਦੀਆਂ ਨੇ ਇਹਦੇ ਬਾਰੇ 'ਚ ਪੱਖ ਤੇ ਵਿਰੋਧ ਦੇ ਵਿੱਚ ਲੋਕ ਹੁੰਦੇ ਨੇ, ਪਰ ਇੱਕ ਵੱਡਾ ਪੱਖ ਹੁੰਦਾ ਜਿਹਨੂੰ ਮੰਨਿਆ ਜਾਣਾ ਚਾਹੀਦਾ, ਜਿਹਦੇ ਨਾਲ ਤੁਰਨਾ ਚਾਹੀਦਾ ਜੀ। ਇਸ ਦੇ ਨਾਲ ਹੀ ਅਗਲੀ ਖਬਰ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਤੋਂ ਹੈ, ਜਿੱਥੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਤੇ ਟਾਸਕ ਫੋਰਸ ਦੀ ਜਿਹੜੀ ਝੜਪ ਦੇਖਣ ਨੂੰ ਮਿਲੀ। ਮੀਡੀਆ ਕਰਮਚਾਰੀਆਂ ਤੇ ਧਰਨਾਕਾਰੀਆਂ ਦੇ ਉੱਪਰ ਜਿਹੜੇ ਨੇ ਇਤਰਾਜ਼ਯੋਗ ਵਾਰ ਵੀ ਹੋਏ। ਬਰਾੜ ਸਾਹਿਬ, ਇਸ ਤਰ੍ਹਾਂ ਦੇ ਧਰਨੇ ਜਾਂ ਧਰਨਿਆਂ ਤੇ ਹੁੰਦੀ ਐਵੇਂ ਦੀ ਪ੍ਰਤੀਕਿਰਿਆ ਜਿਹੜੀ ਹੈ ਕਿੱਥੋਂ ਤੱਕ ਜਾਇਜ਼ ਹੈ? ਤੁਸੀਂ ਬਹੁਤ ਸੋਹਣੀ ਗੱਲ ਕਹੀ ਹੈ। ਪਹਿਲੀ ਗੱਲ ਤਾਂ ਇਹ ਵੀ ਖਾਸ ਤੌਰ 'ਤੇ ਦਰਬਾਰ ਸਾਹਿਬ ਦਾ ਜਿਹੜਾ ਕੇਂਦਰ ਹੈਗਾ, ਦਰਬਾਰ ਸਾਹਿਬ ਧਾਰਮਿਕ ਕੇਂਦਰ ਵੀ ਹੈ, ਸਾਰੇ ਧਰਮਾਂ ਦੇ ਲੋਕ ਉੱਥੇ ਜਾਂਦੇ ਨੇ, ਆਪਣੀ ਸੁੱਖ ਸ਼ਾਂਤੀ ਲਈ ਅਰਦਾਸ ਕਰਦੇ ਨੇ। ਅਸੀਂ ਉਸ ਸਥਾਨ ਨੂੰ ਕਿਸੇ ਵੀ ਧਰਨੇ ਮੁਜ਼ਾਹਰੇ ਲਈ ਨਹੀਂ ਵਰਤ ਸਕਦੇ, ਕੋਈ ਵੀ ਦੌਰ ਹੋਵੇ, ਉਹ ਕੋਈ ਵੀ ਸਮਾਂ ਹੋਵੇ। ਪਰ ਇਹ ਬੜੇ ਦੁੱਖ ਦੀ ਗੱਲ ਹੈ ਵੀ ਨਵੇਂ ਦੌਰ ਦੇ ਵਿੱਚ ਇਸ ਤਰ੍ਹਾਂ ਦੇ ਵੀ ਅਸੀਂ ਸੋਚ ਪੈਦਾ ਹੋ ਚੁੱਕੀ ਹੈ ਵੀ ਅਸੀਂ ਉਹਨਾਂ ਸਥਾਨਾਂ ਉੱਪਰ ਜਾ ਕੇ ਵੀ ਧਰਨੇ ਮੁਜ਼ਾਹਰੇ ਕਰ ਰਹੇ ਹਾਂ। ਦੂਸਰੀ ਗੱਲ ਇਹ ਹੈ ਵੀ ਸ਼੍ਰੋਮਣੀ ਕਮੇਟੀ ਇੱਕ ਬਹੁਤ ਜ਼ਿੰਮੇਵਾਰ ਸੰਸਥਾ ਹੈਗੀ, ਉਹਨੂੰ ਲੱਠਮਾਰ ਨਹੀਂ ਰੱਖਣੇ ਚਾਹੀਦੇ। ਦਰਬਾਰ ਸਾਹਿਬ ਦੇ ਵਿੱਚ ਜੇ ਕੋਈ ਸੁਰੱਖਿਆ ਲਈ ਜ਼ਰੂਰਤ ਹੈ ਤਾਂ ਉਹ ਬਿਨਾਂ ਲਾਠੀਆਂ ਤੋਂ ਬਹੁਤ ਤਹੱਮਲ ਵਾਲੇ ਬੰਦੇ ਰੱਖੇ ਜਾਣੇ ਚਾਹੀਦੇ ਨੇ, ਪਰ ਉੱਥੇ ਜਿਹੜਾ ਟਕਰਾਅ ਹੋਇਆ ਉਹ ਬਹੁਤ ਮੰਦਭਾਗਾ ਹੈ, ਨਹੀਂ ਹੋਣਾ ਚਾਹੀਦਾ ਸੀ। ਉਸ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਕੋਈ ਵੀ ਧਰਨਾ ਮੁਜ਼ਾਹਰਾ ਨਹੀਂ ਹੋਣਾ ਚਾਹੀਦਾ ਸੀ। ਅੰਮ੍ਰਿਤਸਰ ਬਹੁਤ ਵੱਡਾ ਸ਼ਹਿਰ ਹੈਗਾ, ਨੇੜੇ ਜਲ੍ਹਿਆਂਵਾਲਾ ਬਾਗ ਹੈ, ਹੋਰ ਸਥਾਨ ਨੇ ਜਿੱਥੇ ਇਸ ਤਰ੍ਹਾਂ ਦਾ ਮੁਜ਼ਾਹਰਾ ਕੀਤਾ ਜਾ ਸਕਦਾ ਸੀਗਾ, ਰੱਖਿਆ ਜਾ ਸਕਦਾ ਸੀ। ਜੇ ਉਹ ਦਰਬਾਰ ਸਾਹਿਬ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਚਲੋ ਪ੍ਰਦਰਸ਼ਨ ਹੋ ਰਿਹਾ ਸੀ, ਸ਼ਾਂਤਮਈ ਪ੍ਰਦਰਸ਼ਨ ਹੋ ਰਿਹਾ ਸੀ, ਤਾਂ ਉਹਦੇ ਨਾਲ ਹੰਸਕ ਤਰੀਕੇ ਨਾਲ ਨਜਿੱਠਣਾ ਬਹੁਤ ਮਾੜੀ ਗੱਲ ਸੀ। ਉਹਨਾਂ ਨਾਲ ਲਾਠੀਆਂ ਵਰਸਾਈਆਂ ਗਈਆਂ, ਪੱਤਰਕਾਰ ਵੀ ਜ਼ਖਮੀ ਹੋਏ ਨੇ ਉਹਦੇ ਵਿੱਚ। ਇਹ ਬਹੁਤ ਮੰਦਭਾਗੀ ਗੱਲ ਹੈ। ਇਹ ਸਾਡੇ ਧਾਰਮਿਕ ਸਥਾਨਾਂ ਲਈ, ਧਾਰਮਿਕ ਸੰਸਥਾਵਾਂ ਲਈ ਚਿੰਤਾ ਦਾ ਵਿਸ਼ਾ ਹੋਣਾ ਚਾਹੀਦੀ ਹੈ। ਜੀ ਬਿਲਕੁਲ ਚਿੰਤਾ ਦਾ ਵਿਸ਼ਾ ਵੀ ਹੋਣੀ ਚਾਹੀਦੀ ਹੈ, ਔਰ ਵਾਰ-ਵਾਰ ਕੀਤੇ ਜਾਂਦੇ ਇਕੱਠ, ਚਾਹੇ ਅਸੀਂ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਦੇਖ ਲਈਏ, ਚਾਹੇ ਅਸੀਂ ਕੁਝ ਇਸ ਤਰ੍ਹਾਂ ਦੇ ਧਰਨਿਆਂ ਨੂੰ ਲੈ ਕੇ ਦੇਖ ਲਈਏ, ਬਹੁਤ ਜ਼ਿਆਦਾ ਜਿਹੜੇ ਇੱਦਾਂ ਦੇ ਵਿੱਚ ਲੋਕ ਪਾਏ ਜਾਂਦੇ ਨੇ ਬਰਾੜ ਸਾਹਿਬ, ਜਿਨ੍ਹਾਂ ਦੀ ਉਮਰ ਬਹੁਤ ਜ਼ਿਆਦਾ ਹੁੰਦੀ ਹੈ। ਔਰ ਸਿਹਤ ਵਿਭਾਗ ਇਹ ਵਾਰ-ਵਾਰ ਕਹਿ ਰਿਹਾ ਹੈ ਕਿ 40-50 ਤੋਂ ਸਾਲ ਦੀ ਜਿਨ੍ਹਾਂ ਦੀ ਵੱਧ ਉਮਰ, ਉਹਨਾਂ ਨੂੰ ਖਾਸ ਖਿਆਲ ਰੱਖਣ ਦੀ ਜ਼ਰੂਰਤ ਹੈ। ਤੇ ਉਸੇ ਉਮਰ ਦੇ ਜਿਹੜੇ ਲੋਕ ਨੇ ਇਹਨਾਂ ਧਰਨਿਆਂ ਦੇ ਵਿੱਚ ਦੇਖੇ ਜਾ ਰਹੇ ਨੇ, ਇਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਇਤਿਹਾਤ ਵਜੋਂ? ਮੇਰੇ ਖਿਆਲ ਜਿਹੜੇ ਧਰਨਿਆਂ ਦੇ ਆਰਗੇਨਾਈਜ਼ਰ ਨੇ ਉਹਨਾਂ ਨੂੰ ਦੇਖਣਾ ਚਾਹੀਦਾ, ਕਿਉਂਕਿ ਉਹਨਾਂ ਦੇ ਆਪਣੇ ਹਿੱਤ ਨੇ। ਇਹ ਇੱਕ ਬਹੁਤ ਜਿਹੜੀ ਪੋਲਿਟਿਕਸ ਹੈ, ਇੱਕ ਬਹੁਤ ਵੱਡਾ ਵਪਾਰ ਬਣ ਚੁੱਕੀ ਹੈ। ਤੁਸੀਂ ਅਸਲ 'ਚ ਜਦੋਂ ਇਹਦਾ ਬੈਕ ਸੀਨ ਦੇਖਦੇ ਹੋ, ਕਿਉਂਕਿ ਅੱਜ ਜਿਹੜੇ ਮੁਜ਼ਾਹਰੇ ਹੋ ਰਹੇ ਨੇ ਸਿਰਫ ਕਿਸਾਨ ਨਹੀਂ ਕਰ ਰਹੇ ਹੈਗੇ, ਜਾਂ ਜਿਹੜੀ ਸ਼੍ਰੋਮਣੀ ਕਮੇਟੀ ਦੇ ਅੱਗੇ ਕੋਈ ਮੁਜ਼ਾਹਰਾ ਹੋ ਰਿਹਾ ਉਹ ਸਿਰਫ ਉਹ ਲੋਕ ਨਹੀਂ ਕਰ ਰਹੇ ਜਿਹੜੇ ਉੱਥੇ ਹਾਜ਼ਰ ਨੇ। ਉਹਨਾਂ ਪਿੱਛੇ ਜਿਹੜੀਆਂ ਤਾਕਤਾਂ ਨੇ ਉਹਨਾਂ ਨੂੰ ਪਛਾਣਨ ਦੀ ਜ਼ਰੂਰਤ ਹੈ, ਜਿਨ੍ਹਾਂ ਦੇ ਆਪਣੇ ਰਾਜਸੀ ਹਿੱਤ ਨੇ ਜਾਂ ਕੋਈ ਹੋਰ ਹਿੱਤ ਨੇ, ਕਿਸੇ ਨੂੰ ਝੁਕਾਉਣ ਦੇ, ਕਿਸੇ ਨੂੰ ਦਬਾਉਣ ਦੇ। ਉਹ ਸਾਨੂੰ ਦੇਖਣਾ ਚਾਹੀਦਾ। ਸਾਨੂੰ ਅਸਲ 'ਚ ਆਪਣਾ ਭਲਾ ਆਪ ਦੇਖਣਾ। ਜਿਹੜੇ ਲੋਕ ਇਸ ਤਰ੍ਹਾਂ ਦੇ ਮੁਜ਼ਾਹਰਿਆਂ ਵਿੱਚ ਜਾਂਦੇ ਨੇ ਜਾਂ ਇਸ ਤਰ੍ਹਾਂ ਦੇ ਰੋਸ ਪ੍ਰਦਰਸ਼ਨ ਵਿੱਚ ਜਾਂਦੇ ਨੇ, ਉਹਨਾਂ ਨੂੰ ਇਹ ਦੇਖਣਾ ਚਾਹੀਦਾ ਵੀ ਸਾਡੇ ਪੱਖ ਦੇ ਵਿੱਚ ਆ, ਸਾਡੀ ਸੋਸਾਇਟੀ ਦੇ ਪੱਖ ਵਿੱਚ ਹੈ, ਜਾਂ ਸਾਡੀ ਸਿਹਤ ਲਈ ਕੋਈ ਖਤਰਾ ਤਾਂ ਨਹੀਂ ਪੈਦਾ ਹੋ ਰਿਹਾ। ਜੀ, ਇਹਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਜਿਹੜਾ ਇੱਥੇ ਸਮਾਪਤ ਹੁੰਦਾ ਹੈ। ਬਰਾੜ ਸਾਹਿਬ ਤੁਸੀਂ ਸਟੂਡੀਓ ਦੇ ਵਿੱਚ ਆਏ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸਾਡੇ ਦਰਸ਼ਕਾਂ ਦਾ ਵੀ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਸ਼ੁਕਰੀਆ। ਦੇਖਦੇ ਰਹੋ DD ਪੰਜਾਬੀ।